ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਲੋਕ ਕਰੋਨਾ ਕਾਰਨ ਸੰਸਾਰ ਤੋਂ ਚਲੇ ਗਏ ਨੇ ਉਹਨਾਂ ਦੇ ਬੱਚਿਆਂ ਦੀ ਵਿੱਦਿਆ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਬਹੁਤ ਸਾਰੇ ਅਜਿਹੇ ਲੋਕ ਸੰਸਾਰ ਤੋਂ ਤੁਰ ਗਏ ਜਿਨ੍ਹਾਂ ਦੇ ਕਮਾਈ ਦੇ ਸਾਧਨ ਸੀਮਤ ਸਨ। ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਵਿੱਚ ਮੁਫਤ ਵਿੱਦਿਆ ਦਿੱਤੀ ਜਾਵੇਗੀ ਤਾਂ ਜੋ ਉਹ ਭਵਿੱਖ ਵਿੱਚ ਸਵੈ ਨਿਰਭਰ ਹੋ ਸਕਣ। ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਦੌਰਾਨ ਚਲਾਣਾ ਕਰਨ ਵਾਲੇ ਕਿਸਾਨਾਂ ਦੇ ਬੱਚਿਆਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਮੁਫਤ ਪੜ੍ਹਾਇਆ ਜਾਵੇਗਾ। ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਚਲਾਣਾ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਹੈ। ਉਹਨਾਂ ਜੂਨ 84 ਦੌਰਾਨ ਬੈਰਕਾਂ ਛੱਡਣ ਵਾਲੇ ਧਰਮੀ ਫੌਜੀਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਨੂੰ ਸਹਾਇਤਾ ਦਿੱਤੀ ਗਈ ਹੈ ਅਤੇ ਜੇਕਰ ਕੋਈ ਧਰਮੀ ਫੌਜੀ ਸਹਾਇਤਾ ਤੋਂ ਰਹਿ ਗਿਆ ਤਾਂ ਉਹ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ। ਅੱਜ ਵੱਡਾ ਦਰਦ ਅਸੀਂ ਚੱਲ ਰਹੇ ਹਾਂ, ਜਿਹੜਾ ਅੱਜ ਮਾਨਵਤਾ ਦੀ ਮਨੁੱਖਤਾ ਦੀ ਬਹੁਤ ਵੱਡੀ ਪੀੜ ਬਣੀ ਹੋਈ ਹੈ, ਉਹ ਹੈ ਕਰੋਨਾ ਕੋਵਿਡ-19, ਜਿਹੜਾ ਮਹਾਮਾਰੀ ਦੇ ਰੂਪ ਵਿੱਚ ਅੱਜ ਦੇਸ਼ ਵਿੱਚ ਫੈਲਿਆ ਹੋਇਆ। ਦੁਨੀਆ ਭਰ ਦੇ ਲੋਕ ਇਸ ਗੱਲ ਨਾਲ ਹਿੱਲ ਗਏ ਕਿ ਬਿਮਾਰੀ ਦਾ ਇਲਾਜ ਨਹੀਂ, ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਉਹਦੇ ਨਾਲ ਜੂਝ ਰਹੀਆਂ ਹਨ। ਜੇ ਸਰਕਾਰਾਂ ਨੇ ਕਦਮ ਬਹੁਤੇ ਵੱਡੇ ਨਹੀਂ ਚੁੱਕੇ, ਜੇ ਸਰਕਾਰਾਂ ਨੇ ਅੱਜ ਕਈ ਵਾਰੀ ਦਵਾਈਆਂ ਵਿੱਚ ਵੀ, ਵੈਕਸੀਨ ਵਿੱਚ ਵੀ ਬਹੁਤ ਵੱਡੀਆਂ ਅਣਗਹਿਲੀਆਂ ਵੀ ਕੀਤੀਆਂ ਤੇ ਹਸਪਤਾਲਾਂ ਦੇ ਵਿੱਚ ਕੋਈ ਇਲਾਜ ਵਾਸਤੇ ਪ੍ਰਬੰਧ ਨਹੀਂ ਕਰ ਸਕੇ ਪੁਖਤਾ, ਤੇ ਮੈਂ ਸਮਝਦੀ ਹਾਂ ਕਿ ਅੱਜ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਨੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀ ਹੈ ਤੇ ਮਹਾਂਵਾਕ ਅਨੁਸਾਰ ਇਹ ਸਾਰੇ ਕਾਰਜ ਨੂੰ ਹੱਥਾਂ ਵਿੱਚ ਲੈ ਕੇ ਬਹੁਤ ਵੱਡੀ ਸੇਵਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਪਹਿਲੇ ਤੋਂ ਲੈ ਕੇ ਲਗਾਤਾਰ 1.5 ਸਾਲ ਤੋਂ ਇਹ ਜ਼ਿੰਮੇਵਾਰੀ ਨਿਭਾਉਂਦੀ ਆਈ ਹੈ, ਕਦੇ ਗੁਰੂ ਕੇ ਲੰਗਰਾਂ ਦੀ ਸੇਵਾ, ਕਦੀ ਵੈਕਸੀਨ ਦੀ ਸੇਵਾ, ਕਦੇ ਕੰਸੈਂਟਰੇਟਰ ਲਾ ਕੇ ਆਕਸੀਜਨ ਦੀ ਸੇਵਾ, ਉਹਦੇ ਲੰਗਰਾਂ ਦੀ ਸੇਵਾ, ਹੁਣ ਫਿਰ ਵੈਕਸੀਨ ਦੀ ਸੇਵਾ। ਭਾਵੇਂ ਅਸੀਂ ਮੁੱਲ ਲਿਆਉਂਦੇ ਹਾਂ, ਸੰਕਟ ਸਾਡੇ 'ਤੇ ਵੀ ਆਰਥਿਕ ਤੌਰ ਦੇ ਉੱਤੇ, ਲੇਕਿਨ ਖਰੀਦ ਕੇ ਵੀ ਅਸੀਂ ਸੰਗਤ ਨੂੰ ਫ੍ਰੀ ਇਲਾਜ ਵਾਸਤੇ ਵਰਤਦੇ ਹਾਂ। ਉਹ ਇਸ ਕਰਕੇ ਕਿ ਕੋਈ ਰਹਿ ਨਾ ਜਾਵੇ। ਇਹ ਬਿਮਾਰੀ ਦਾ ਨਾਸ਼ ਤਾਂ ਹੋਏਗਾ ਜੇ ਅਸੀਂ ਇਹਦੀ ਮੁੱਢ ਤੋਂ ਫੜ ਲਈਏ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ, ਤੁਹਾਡੀ ਸੇਵਾ 'ਚ ਅਜੇ ਵੀ ਸ਼੍ਰੋਮਣੀ ਕਮੇਟੀ ਹਾਜ਼ਰ ਹੈ। ਲਗਾਤਾਰ ਇਹ ਚੱਲਦੇ ਰਹਿਣਗੇ ਜਦ ਤੱਕ ਇਸ ਬਿਮਾਰੀ ਦਾ ਖਾਤਮਾ ਨਹੀਂ ਹੁੰਦਾ। ਇੱਕ ਹੋਰ, ਕੱਲ੍ਹ ਹੀ ਅਸੀਂ ਬੈਠੇ ਐਗਜ਼ੈਕਟਿਵ ਦੀ ਸਾਰੀ ਮੈਂਬਰ ਸਨ, ਅਸੀਂ 1-2 ਫੈਸਲੇ ਕੀਤੇ ਆ ਜਿਹੜੇ ਕਿ ਮਾਨਵਤਾ ਦੀ ਸੇਵਾ ਵਿੱਚ ਅਸੀਂ ਹਾਜ਼ਰ ਕਰਨੇ ਚਾਹੁੰਦੇ ਹਾਂ। ਜਿੰਨੇ ਕਰੋਨਾ ਕਰਕੇ ਸਾਡੇ ਬੱਚੇ ਅਨਾਥ ਹੋਏ ਜਾਂ ਕਿਸੇ ਦਾ ਬਾਪ ਚਲਾ ਗਿਆ, ਬੱਚਾ ਛੋਟਾ ਹੈ, ਉਹਦਾ ਕੋਈ ਸਹਾਰਾ ਨਹੀਂ ਰਹਿ ਗਿਆ ਕਮਾਈ ਦਾ, ਘਰ ਦਾ, ਉਹਨਾਂ ਦੇ ਸਾਰੇ ਬੱਚਿਆਂ ਨੂੰ ਅਸੀਂ ਓਨ ਕਰਾਂਗੇ, ਅਡਾਪਟ ਕਰਾਂਗੇ। ਉਹਨਾਂ ਬੱਚਿਆਂ ਨੂੰ ਅਸੀਂ ਪੜ੍ਹਾਈ ਕਰਾਵਾਂਗੇ, ਉਹਨਾਂ ਬੱਚਿਆਂ ਦਾ ਅਸੀਂ ਦੇਖਭਾਲ ਕਰਾਂਗੇ, ਕਿਉਂਕਿ ਪੜ੍ਹਾਈ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਆਰਥਿਕ ਤੌਰ ਦੇ ਉੱਤੇ ਮਜ਼ਬੂਤ ਕਰਨਾ ਹੀ ਪਹਿਲਾਂ ਬੱਚਿਆਂ ਨੂੰ ਸਾਂਭਣਾ ਸਾਡੇ ਵਾਸਤੇ ਜ਼ਰੂਰੀ ਹੈ। ਔਰ ਜਿਸ ਦਾ ਵੀ ਮਾਂ ਬਾਪ ਦੁਨੀਆ ਤੋਂ ਚਲਾ ਗਿਆ, ਬੱਚੇ ਦਾ ਕੋਈ ਸਹਾਰਾ ਨਹੀਂ ਰਹਿ ਗਿਆ, ਉਹਨੂੰ ਅਸੀਂ ਆਪਣੇ ਸਕੂਲ ਵਿੱਚ, ਆਪਣੇ ਕਾਲਜਾਂ ਵਿੱਚ ਮੁਫਤ ਵਿੱਦਿਆ ਦੇ ਕੇ ਉਹਨਾਂ ਦੀ ਪੜ੍ਹਾਈ ਕਰਾਵਾਂਗੇ ਤਾਂ ਜੋ ਉਹ ਦਰ 'ਤੇ ਠੋਕਰਾਂ ਨਾ ਖਾਣ, ਤਾਂ ਜੋ ਉਹ ਦੁਨੀਆ ਵਿੱਚ ਆਪਣੇ ਆਪ ਨੂੰ ਅਨਾਥ ਨਾ ਸਮਝਣ, ਤਾਂ ਜੋ ਉਹ ਇਹ ਸਮਝਣ ਕਿ ਇਹ ਮਹਾਨ ਗੁਰੂ ਦਾ ਘਰ ਜਿਹੜਾ ਹੈ ਇਹ ਸਾਰਿਆਂ ਵਾਸਤੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਉਹ ਇਹ ਸੱਚੇ ਪਾਤਸ਼ਾਹ ਦਾ ਬਿਰਧ ਬਾਣੇ ਦੀ ਲਾਜ ਹੈ ਕਿ ਉਹ ਹਰ ਇੱਕ ਦੇ ਗਰੀਬ ਦਾ ਭਲਾ ਕਰਨਾ ਚਾਹੁੰਦਾ ਹੈ। ਸੋ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ, ਜੋ ਕੋਵਿਡ ਦੇ ਵਿੱਚ ਸਾਡੇ ਪਰਿਵਾਰ ਕੋਈ ਜਾਨਾਂ ਖਤਮ ਹੋ ਗਈਆਂ, ਉਹਨਾਂ ਦੇ ਬੱਚੇ ਛੋਟੇ ਹੈ, ਪੜ੍ਹਨ ਵਾਲੇ ਹੈ, ਸਕੂਲ ਔਰ ਕਾਲਜ ਦੀ ਪੜ੍ਹਾਈ ਰੁਕ ਨਾ ਜਾਵੇ, ਉਹ ਆਰਥਿਕ ਤੌਰ 'ਤੇ ਖਤਮ ਨਾ ਹੋ ਜਾਣ, ਉਹਨਾਂ ਨੂੰ ਪੈਰਾਂ 'ਤੇ ਖੜਾ ਕਰਨ ਵਾਸਤੇ ਉਹਨਾਂ ਦੀ ਐਜੂਕੇਸ਼ਨ ਦੇਵਾਂਗੇ। ਇਸੇ ਤਰ੍ਹਾਂ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਮੋਰਚਾ ਲੱਗਾ ਹੋਇਆ, ਔਰ ਕੇਵਲ ਕਿਸਾਨ ਮੋਰਚਾ ਬਾਰਡਰ 'ਤੇ ਨਹੀਂ, ਹਰ ਵਿਅਕਤੀ, ਭਾਵੇਂ ਉਹ ਦੇਸ਼ ਵਿੱਚ ਬੈਠਾ, ਭਾਵੇਂ ਉਹ ਸੰਸਾਰ ਦੇ ਕਿਸੇ ਵੀ ਹਿੱਸੇ 'ਚ ਬੈਠਾ, ਹਰ ਮਨੁੱਖ ਇਹ ਮਹਿਸੂਸ ਕਰਦਾ ਹੈ ਕਿ ਕਿਸਾਨ ਇਕੱਲਾ ਵਾਹੀ ਕਰਨ ਵਾਲਾ ਕਿਸਾਨ ਅੱਜ ਪੀੜਤ ਨਹੀਂ ਹੈ। ਭਾਵੇਂ ਕੋਈ ਵਪਾਰੀ ਹੈ, ਭਾਵੇਂ ਕੋਈ ਮੁਲਾਜ਼ਮ ਹੈ, ਭਾਵੇਂ ਕੋਈ ਵੀ ਪਰਿਵਾਰ ਦੇ ਵਿੱਚ ਕੋਈ ਹੈ, ਉਹ ਸਾਰੇ ਇਸ ਨਾਲ ਪੀੜਤ ਹੁੰਦੇ ਹੈ, ਸਾਰੇ ਅਫੈਕਟਡ ਹੁੰਦੇ ਹੈ।
ਜਿਹਦੇ ਕਰਕੇ ਸਾਡਾ ਇਕਨੋਮਿਕਲ ਢਾਂਚਾ ਕੇਵਲ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ अन्नदाता जे कमज़ोर हो गया तो अज ढांचा भी जड़ा सी वो खत्म हो गया। अज असी बड़ियां परेशानियां चलियां, कारोबार खत्म हो गए, लोग जड़े सन रोटी तो मुताज हो गए और बहुत सारिया जाना चलिया गई। दुख की गल ये है कई नौजवान भी जड़े सन वो अपनी जान गवा के चले गए। वो बच्चे जड़े माँ बाप किसान मोर्चे विच किसानी के संघर्ष विच भी अज जाना गवा गए, उन्होंने बच्चों की पढ़ाई वास्ते भी असी प्रबंध कर रहे हैं, क्योंकि असी महसूस करते हैं कि जिस अन्नदाते ने कौम नूं या जिस अन्नदाते ने देश नूं मजबूत किया और वो खास करके जिन्हों ने पंजाबियों ने 80% कुर्बानियां दे के देश आज़ाद कराया और अपनी हिम्मत नाल ताकत नाल विदेशों दी सरकारों नाल भी विदेशों दी जरवाणियां नाल भी लोहे लए अपनी धर्म की खातर वड्डियां कुर्बानियां कीतियां। अज वो कौम के बच्चे जे अज रुलणगे सड़कों उत्ते गलियां विच जां घरां विच वो बर्दाश्त नहीं हो सकता। मैं सारी संगत नूं बेनती करांगी कि सारे भराओ भैनों देशवासियों संसार के किसी कोने च बैठे हो, अज का दिहाड़ा जिस तरह तुसी बहुत वड्डी आज़ादी की गल्लां करते हो, ये मन की आज़ादी तां होनी है, मानसिक आज़ादी तां होनी है जे असी होए इकत्तर मिलो मेरे भाई दुबदा दूर करो लिवलाए दे महावाक अनुसार सारे इकट्ठे होइए। श्रोमणी गुरुद्वारा प्रबंधक कमेटी तुहाडी बहुत वड्डियां कुर्बानियां चो पैदा हुई है। श्रोमणी गुरुद्वारा प्रबंधक कमेटी तुहाडे बुजुर्गों के सीने की मिज की खुराक लैके पली है। श्रोमणी गुरुद्वारा प्रबंधक कमेटी तुहाडे बुजुर्गों के खून विचों खून दे नाल ये सिंज के बनी है। सो तुहाडे बुजुर्गों दियां उन्हां कुर्बानियां नूं असीं अजाई ना करिए, असीं सारे रल के इस महान संस्था नूं उच्चा चुकीए, सहयोग दईए। समय के अनुसार कनेडा चो कल टोरंटो गुरुद्वारे के कुछ सिंघां ने जिथे सरदार प्रदीप सिंह जी प्रधान साहब, सरदार ज्ञान सिंह जी, जसवीर सिंह जी होर भी सारे सिंह संगत को अपील करके 12 वेंटीलेटर जिहड़ा असीं हस्पताल मजबूत कर रहे हैं श्री गुरु रामदास हस्पताल, जिहदे डॉक्टरां ने 10-12 सेंटरां विच बहुत वड्डी सेवा की, बड़ी हिम्मत नाल डेडिकेशन दे नाल सेवा की। उस हस्पताल नूं मजबूत करने लई असीं जिथे प्लांट ला रहे हैं, ऑक्सीजन वधा रहे हैं, उत्थे ICU दे विच होर वेंटीलेटर लग जाण तां जो किते बीमारी फिर वध जावे तां उहदा इलाज करने वास्ते असीं तकड़े हो सकीए। सो ये सारिया चीज़ां अज असीं देखण च हर वेले शिद्दत नाल सोच रहे हैं। सारे मैंबर बड़े चिंतित है, सारी संस्था बड़ी चिंतित है। जदों भी कदी असीं बैठते हैं कदी असीं होर कोई गल नहीं की। सब तो वध प्रायोरिटी साडी अज जिहड़ी है वो केवल ते केवल मानवता की सेवा, मनुखता की सेवा। सारे इकट्ठे होकर असीं हर वेले सोचते हैं बच्चे किधर सामने हैं, परिवार किधर सामने हैं, जां साडे जिहड़े इस संघर्ष विच जख्म सह रहे हैं उन्होंने असीं किद्दां सहायता करनी है। इस तरह जिहड़े कोई साडे धर्मी फौजियों की असीं लगातार 84 दे विच बैरका छड्ड के आ गए, बहुत सारे ते चढ़ाई भी कर गए, लोग अपने शरीर भी छड्ड गए, पर जिहड़े परिवार अजे कोई साडे कोलों रह गए होणगे, अनगौले रह गए होणगे जां साडे तक पहुँच नहीं कर सके होणगे, मैं उन्होंने भी बेनती करांगी कि तुसीं जदों भी किते जिहड़ा असीं तुहाडी कोई सेवा विच हाज़र कीता सी तिल फुल, जे कोई रह गया होवे धर्मी फौजी वो जरूर अप्रोच करे तां जो असीं तुहाडी सेवा विच हाज़र हो सकीए। मैं अंत विच गुरु पातशाह दे चरनां च अरदास करदी होई ये बेनती करांगी, मैं बेनती करांगी कि साडे बहुत सारे जिदा शहीद होए है, बहुत सारिया शहादतां होईयां। साडा एक बहुत इतिहास है। श्रोमणी अकाली दल ने बड़ी लड़ाई लड़ी सी जदों कि 84 तो बाद भी धर्मयुद्ध मोर्चा भी लगे। उस धर्मयुद्ध मोर्चे तो विच साडे बहुत सारे 2 लाख के करीब जिथे अरेस्ट हो गए सन, 200 तो बाद शहीद हो गए सन। साडे बैठे सज्जे पासे साडे भुपिंदर सिंह जी पहलवान साहब, इन्हों के पिता जी जथेदार निशतर सिंह जी जो जिले के प्रधान सन उस वेले, उन्होंने भी इत्थे आके 84 के अपनी जान गवाई, इत्थे शहीदी हुई। सो मैं समझदी हाँ कि इस तरह साडियां बड़ियां शख्सियत सन जिहड़ियां कि इस स्थान के उत्ते आके कुर्बान हो गई। मैं जिथे सारिਆਂ ਨੂੰ श्रद्धा के फुल भेंट करदी हाँ उत्थे गुरु ग्रंथ साहब जिहड़ा 3, 4, 5 जून नूं दर्शन कराए गए है। लोग अजे तक सबर नहीं कर रहे, लोगों के मन च अजे भी बहुत श्रद्धा है कि असीं जाके दर्शन कर सकीए।
ਸੰਗਤ ਦੀ ਮੰਗ ਨੂੰ ਵੇਖਦੇ ਆ, ਸੰਗਤ ਦੀ ਹੋਰ ਸਾਨੂੰ ਹੁਕਮ ਹੋਇਆ ਕਿ ਹੋਰ ਇਹਨੂੰ ਵਧਾਇਆ ਜਾਵੇ। ਅੱਜ ਫਿਰ ਉਹਨਾਂ ਨੂੰ ਕਹਿ ਦਿੱਤਾ ਕਿ ਸੰਗਤ ਆਈ ਹੈ ਵੱਡੀ ਗਿਣਤੀ ਵਿੱਚ, ਦਰਸ਼ਨ ਕਰਾਏ ਜਾਣ, ਤਾਂ ਜੋ ਸੰਗਤ ਇਹ ਨਾ ਸੋਚੇ ਕਿ ਅਸੀਂ ਦਰਸ਼ਨ ਕਰਨ ਤੋਂ ਵਾਂਝੇ ਰਹਿ ਗਏ। ਬਹੁਤ ਧੰਨਵਾਦ ਜੀ। ਗੁਰੂ ਅੱਗੇ ਅਰਦਾਸ ਹੈ ਕਿ ਸਭਨਾਂ ਨੂੰ ਸਾਨੂੰ ਸਮਰਥ ਬਖਸ਼ੇ, ਤਾਕਤ ਬਖਸ਼ੇ। ਅਸੀਂ ਸਾਰੇ ਉਹਨਾਂ ਮਹਾਨ ਸ਼ਹੀਦਾਂ ਦਾ ਜਿਹੜਾ ਅੱਜ ਸਿਰ ਉੱਚਾ ਕਰਕੇ ਕਹਿ ਸਕੀਏ ਕਿ ਸੱਚੇ ਪਾਤਸ਼ਾਹ ਉਹਨਾਂ ਨੇ ਸਾਡੇ ਇਸ ਧਰਮ ਦੇ ਖੇਤਰ ਵਾਸਤੇ, ਧਰਮ ਸਥਾਨ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ। ਅਸੀਂ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ। ਪਾਵਨ ਸਰੂਪ ਦੇ ਸੰਗਤ ਨੂੰ ਅਗਲਾ ਵੀ ਦਰਸ਼ਨ ਕਰਾਏ ਜਾਣਗੇ। ਹਾਂਜੀ, ਅੱਜ ਅਸੀਂ ਕਹਿਤਾ ਸ਼ੁਰੂ ਕਰਦੇ ਸੀ, ਉਹ ਤਰੀਕ ਮਿੱਥਾਂਗੇ। ਇਸ ਤਰ੍ਹਾਂ ਜੀ ਫਿਰ 14 ਜੂਨ ਨੂੰ ਆਉਣਾ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੁਰਬ ਵੀ। ਫਿਰ ਅਸੀਂ 2-3 ਦਿਨ ਵਾਸਤੇ ਫਿਰ ਸ਼ੁਰੂ ਕਰ ਦੇਵਾਂਗੇ, ਕਿਉਂਕਿ ਲਗਾਤਾਰ ਅਸੀਂ ਨਹੀਂ ਰੱਖ ਸਕਾਂਗੇ। ਕਈ ਵਾਰੀ ਨਵੀਂ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਕਿਉਂਕਿ ਬਹੁਤ ਪੁਰਾਣਾ ਵੀ ਹੈ, ਉਹ ਥੋੜ੍ਹਾ ਜਿਹਾ ਵਿੱਚ ਜ਼ਖਮ ਵੀ ਹੈ, ਬਿਰਧ ਵੀ ਹੋਇਆ, ਇਸ ਕਰਕੇ ਸਾਨੂੰ ਉਹਦੀ ਸੰਭਾਲ ਵੀ ਕਰਨੀ ਬਹੁਤ ਜ਼ਰੂਰੀ ਹੈ। ਵਿੱਚ ਜਿੱਦਾਂ ਸੰਗਤ ਦੀ ਆਇਆ ਕਰੇਗੀ ਮੰਗ, ਅਸੀਂ ਰੱਖਿਆ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਸੇ ਤਰ੍ਹਾਂ 2-2, 4-4 ਦਿਨ ਕਰਕੇ ਜ਼ਰੂਰ ਦਰਸ਼ਨ ਕਰਾਇਆ ਕਰਾਂਗੇ। ਦੇਖੋ, ਕਿਉਂਕਿ ਸਮਾਂ ਥੋੜਾ ਸੀ, ਅਸੀਂ ਸਾਰੀ ਪਲਾਨ ਪੂਰੀ ਨਹੀਂ ਕਰ ਸਕੇ, ਮੈਂ ਮਾਫੀ ਮੰਗਦੀ ਹਾਂ। ਹੁਣ ਅਸੀਂ ਸਾਰੀਆਂ ਤਸਵੀਰਾਂ ਕਢਵਾ ਰਹੇ ਹਾਂ ਔਰ ਜੋ ਛੇਤੀ ਉਹ ਗੈਲਰੀ ਦੇ ਵਿੱਚ ਜੋ ਤਖਤ ਸਾਹਿਬ ਜੀ ਦਾ ਜਿਹੜਾ ਉਸ ਵੇਲੇ ਪੂਰਾ ਫੱਟੜ ਹੋਇਆ, ਜ਼ਖਮੀ ਹੋਇਆ, ਜੋ ਮਾਡਲ ਸੀ ਉਸ ਇਮਾਰਤ, ਉਸ ਮਹਾਨ ਤਖਤ ਦਾ, ਉਹ ਅਸੀਂ ਬਣਾ ਕੇ ਜਲਦੀ, ਅਸੀਂ ਕਿਉਂਕਿ ਮੈਂ ਆਰਕੀਟੈਕਟ ਬੁਲਾ ਰਹੀ ਹਾਂ ਔਰ ਜਲਦੀ ਬਣਾ ਕੇ ਅਸੀਂ, ਮੈਂ ਇਹ ਵਿਸ਼ਵਾਸ ਦਵਾਨੀ ਹੈ ਕਿ ਬਹੁਤ ਥੋੜੇ ਸਮੇਂ 'ਚ ਅਸੀਂ ਉਹਨੂੰ ਖੋਲਾਂਗੇ ਵੀ, ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਵੀ ਲਾਵਾਂਗੇ ਤੇ ਨਾਲ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਜ਼ਖਮੀ ਬੇੜਾਂ ਦੀਆਂ ਤਸਵੀਰਾਂ, ਮੂੰਹ ਬੋਲ ਦੀ ਤਸਵੀਰ ਹੋਏਗੀ, ਉਹ ਤੇ ਜ਼ਰੂਰ ਬਿਰਾਜਮਾਨ ਦੇਖੋ, ਉਹ ਜੇ ਅਸੀਂ ਸਲਾਹ ਕਰ ਲਾਂਗੇ। ਅਸੀਂ ਦਰਸ਼ਨ ਕਰਕੇ ਆਏ ਹਾਂ ਔਰ ਮੈਂ ਦੇਖਿਆ ਸੀ, ਕਿਉਂਕਿ ਬਹੁਤ ਭਾਰਾ ਸਰੂਪ ਹੈ, ਬਹੁਤ ਵੱਡਾ ਸਰੂਪ ਹੈ। ਉਹ ਤੇ ਮੇਰਾ ਖਿਆਲ ਹੈ ਕਿ ਉਹਨਾਂ ਦੇ ਤੇ ਅੱਖਰ ਹੀ ਏਡੇ ਵੱਡੇ ਹੈ। ਦੇਖ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਨਮਸਕਾਰ ਕੀਤਾ ਕਿ ਸੱਚੇ ਪਾਤਸ਼ਾਹ ਕੈਸੇ ਗੁਰਸਿੱਖ ਸਨ, ਜਿਨ੍ਹਾਂ ਨੇ ਏਡੀ ਸੁੰਦਰ ਹੱਥ ਲਿਖ ਲਿਖਾਈਆਂ ਜਿਹੜੀਆਂ ਉਹ ਕੀਤੀਆਂ, ਤੇ ਉਹ ਵੀ ਸਮਾਂ ਆਏਗਾ ਤੇ ਜ਼ਰੂਰ ਅਸੀਂ ਚਲੋ। ਇਹ ਦੇਖੋ ਜੀ, ਹੌਲੀ ਹੌਲੀ ਕਈ ਪੰਥਕ ਵਿਚਾਰਾਂ ਜਿਹੜੀਆਂ ਹੁੰਦੀਆਂ ਨੇ, ਕੋਈ ਸਮਾਂ ਹੁੰਦਾ, ਸਮਾਂ ਨਹੀਂ ਬਣਦਾ। ਹੋ ਸਕਦਾ ਉਸ ਸਮੇਂ ਵਿੱਚੋਂ ਹੀ ਆਵਾਜ਼ ਨਿਕਲੀ ਹੋਵੇ। ਸਾਨੂੰ ਈਮੇਲਾਂ ਵੀ ਆਈਆਂ, ਟੈਲੀਫੋਨ ਵੀ ਆਏ ਔਰ ਸਾਨੂੰ ਕਈ ਲੈਟਰ ਵੀ ਆਏ। ਉਸ ਸਮੇਂ ਦੇ ਨਾਲ ਵਿਚਾਰਾਂ ਕਰਦਿਆਂ ਕਈ ਮੌਕਾ ਬਣ ਜਾਂਦਾ, ਕਿਸੇ ਵੇਲੇ ਲੇਟ ਹੋ ਜਾਂਦਾ। ਮੈਂ ਉਸ ਦਿਨ ਵੀ ਕੌਮ ਦੇ ਕੋਲੋਂ ਮਾਫੀ ਮੰਗੀ ਸੀ ਕਿ ਗੁਰੂ ਰਾਮਦਾਸ ਨੇ ਜਦੋਂ ਕਿਰਪਾ ਕਰਨੀ, ਜਦੋਂ ਬਖਸ਼ਿਸ਼ ਕਰਨੀ ਹੈ, ਇਹ ਮੌਕਾ ਉਦੋਂ ਹੀ ਬਣਨਾ ਸੀ। ਇਹ ਵਾਹਿਗੁਰੂ ਨੇ ਮਿਹਰ ਕੀਤੀ, ਕੁਦਰਤੀ ਤੌਰ ਤੇ ਅਸੀਂ ਦਰਸ਼ਨ ਕੀਤੇ। ਮੈਂ ਵੀ ਜਾ ਕੇ ਦਰਸ਼ਨ ਕੀਤੇ। ਜਦੋਂ ਮੇਰਾ ਮਨ ਵਿਰਕਿਆ, ਮੇਰੇ ਮਨ 'ਚ ਆਈ ਕਿ ਅੱਜ ਤੱਕ ਜਦੋਂ ਅਸੀਂ ਗੱਲ ਕਹਿੰਦੇ ਹਾਂ ਸਟੇਜਾਂ ਤੇ, ਅਸੀਂ ਦਰਸ਼ਨ ਨਹੀਂ ਸੀ ਕੀਤੇ, ਸੁਣਿਆ ਹੀ ਸੀ ਤੇ ਅਸੀਂ ਕਹਿੰਦੇ ਸੀ ਵੀ ਪਤਾ ਨਹੀਂ ਲੋਕਾਂ ਦੇ ਮਨ 'ਚ, ਬੱਚਿਆਂ ਦੇ ਮਨ 'ਚ, ਪੀੜ੍ਹੀ ਦੇ ਮਨ 'ਚ ਇਹ ਸੀ ਵੀ ਸ਼ਾਇਦ ਉੱਦਾਂ ਹੀ ਬਣਾਈ ਜਾਂਦੇ ਆ ਵੀ ਕਾਂਗਰਸ ਦਾ ਵੱਡਾ ਜ਼ੁਲਮ ਹੋਇਆ, ਕਾਂਗਰਸ ਸਰਕਾਰ ਨੇ ਵੱਡਾ ਜ਼ੁਲਮ ਕੀਤਾ। ਤੇ ਉਹ ਪ੍ਰਤੱਖ ਜਿਹੜੀ ਹੈ ਉਹ ਗੱਲ ਸਾਹਮਣੇ ਆਉਣੀ ਚਾਹੀਦੀ ਹੈ। ਇਹ ਜਦੋਂ ਅਸੀਂ ਐਗਜ਼ੈਕਟਿਵ ਨੇ ਸਾਰੇ ਬੈਠੇ, ਮੇਰੇ ਸੱਜੇ ਖੱਬੇ ਐਗਜ਼ੈਕਟਿਵ ਦੇ ਮੈਂਬਰ ਸਾਹਿਬਾਨ, ਇਹਨਾਂ ਨੇ ਸਾਰਿਆਂ ਨੇ ਵਿਚਾਰ ਕੀਤੀ ਕਿ ਆਪਾਂ ਨੂੰ ਕੌਮ ਦੇ ਸਾਹਮਣੇ ਸੱਚਮੁੱਚ ਹੀ ਜੋ ਸੱਚਾਈ ਹੈ ਉਹ ਦੱਸਣੀ ਚਾਹੀਦੀ ਹੈ। ਤੇ ਕੱਲ ਵੀ ਅਸੀਂ ਦੇਖੋ, ਇਸੇ ਕਰਕੇ ਅਸੀਂ ਹਰ ਰੋਜ਼ ਕੋਈ ਨਾ ਕੋਈ ਜਾ ਕੇ ਦਰਸ਼ਨ ਕਰਨ ਜਾਂਦੇ ਹਾਂ। ਮੈਂ ਉਸ ਦਿਨ ਵੀ ਗੱਲ ਕਹੀ ਸੀ, ਕਈ ਵਾਰੀ ਅਸੀਂ ਅਵੇਸਲੇ ਵੀ ਹੋ ਜਾਂਦੇ ਹਾਂ। ਮੈਂ ਵੀ ਲਗਾਤਾਰ ਜਿਉਂ ਦੀ ਸੁੱਟ ਸੰਭਾਲੀ ਹੈ, ਮੇਰਾ ਖਿਆਲ ਹੈ ਨੇੜੇ ਹੋਣ ਕਰਕੇ ਅਸੀਂ ਹਫ਼ਤੇ 15 ਦਿਨਾਂ ਬਾਅਦ ਦਰਸ਼ਨ ਕਰਨ ਆਉਂਦੇ ਔਰ ਮੱਥਾ ਵੀ ਟੇਕਦੇ ਹਾਂ, ਸਮਾਗਮਾਂ ਤੇ ਵੀ ਆਉਂਦੇ ਹਾਂ। ਪਰ ਮੈਂ ਸਮਝਦੀ ਹਾਂ ਕਿ ਜੇ ਮੇਰੇ ਵਰਗੀ ਜਿਹੜੀ ਇੱਥੋਂ ਨੇੜੇ ਰੋਜ਼ ਆਉਂਦੀ ਵੀ ਰਹੀ ਹੈ, 3 ਵਾਰੀ ਪਹਿਲਾਂ ਪ੍ਰਧਾਨ ਵੀ ਰਹੀ ਹੈ, 4ਥੀ ਵਾਰ ਬਣੀ ਹੈ, ਜੇ ਮੈਂ ਹੀ ਦਰਸ਼ਨ ਨਹੀਂ ਕਰ ਸਕੀ ਸੀ ਤੇ ਅਭਾਗੀ ਸੀ। ਮੈਂ ਆਪਣੀ ਵੀ ਮੰਗਦੀ ਸੱਚੇ ਪਾਤਸ਼ਾਹ ਜਦੋਂ ਕਿਰਪਾ ਕੀਤੀ ਹੈ ਉਦੋਂ ਹੀ ਦਰਸ਼ਨ ਕਰ ਸਕੇ। ਸੋ ਇਹ ਜਦੋਂ ਉਹਦੀ ਕਿਰਪਾ ਹੋਣੀ ਹੈ, ਜਦੋਂ ਉਹਨੇ ਟੁੱਟਣਾ ਨਾ, ਤੇ ਉਦੋਂ ਹੀ ਇਹ ਸਾਰਾ ਕੁਝ ਹੋਣਾ, ਉਹਦੀ ਰਜ਼ਾ ਵਿੱਚ ਹੀ ਹੈ। ਸੋ ਇਹ ਅਸੀਂ ਗਲਤੀਆਂ ਵੀ ਨਹੀਂ ਚਿਤਾਰਨੀਆਂ, ਕਿਹਦੀ ਗਲਤੀ ਹੈ, ਕਿਹਨੇ ਨਹੀਂ ਕੀਤਾ। ਮੈਂ ਤੇ ਕਰੀ ਸੱਚੇ ਪਾਤਸ਼ਾਹ ਦੇਰ ਆਏ ਦਰੁਸਤ ਆਏ, ਕੌਮ ਜਾਗੇ, ਕੌਮ ਵਾਹਵੇਲਿਆਂ ਤੋਂ ਬਚੇ, ਕੌਮ ਗੁਰਮਤ ਵਿੱਚ ਰਹੇ, ਕੌਮ ਸਿੱਖ ਰਹਿਤ ਮਰਿਆਦਾ ਦੀ
ਪਾਲਣਾ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਥੱਲੇ ਰਹੇ ਔਰ ਸ੍ਰੀ ਹਰਿਮੰਦਰ ਸਾਹਿਬ ਉਸ ਜਿੱਥੇ ਪ੍ਰਮਾਤਮਾ ਦੇ ਬਾਣੀ 'ਚ ਗੁਰੂ ਸਾਹਿਬ ਨੇ ਲਿਖਿਆ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਜਦੋਂ ਉਸ ਨੂੰ ਨਹੀਂ ਤੁਧ ਜਿਹਾ ਕਿਹਾ ਉਸ ਦੀ ਸ਼ਰਨ ਵਿੱਚ ਰਹਿਣ ਤੇ ਜਿੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ ਸਭਨਾਂ ਨੂੰ ਇੱਕ ਬੁੱਕਲ ਵਿੱਚ ਲਿਆ ਜਾਂਦਾ ਹੈ। ਮੇਰਾ ਖਿਆਲ ਹੈ ਕਿ ਇਹ ਤੋਂ ਵੱਡੀ ਹੋਰ ਗੱਲ ਕੋਈ ਨਹੀਂ। ਮੈਂ ਪਿਛਲੀਆਂ ਭੁੱਲਾਂ ਦੀ ਮਾਫੀ ਮੰਗਦੀ ਹਾਂ। 100 ਸਾਲ ਦੇ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਸਾਡੇ ਕੋਲੋਂ ਸੇਵਾ ਕਰਦਿਆਂ ਸਾਡੇ ਕੋਲੋਂ ਉਣਤਾਈਆਂ ਵੀ ਰਹੀਆਂ ਹੋਣਗੀਆਂ, ਗਲਤੀਆਂ ਵੀ ਹੋਈਆਂ ਹੋਣਗੀਆਂ, ਘਾਟਾਂ ਵੀ ਰਹੀਆਂ ਹੋਣਗੀਆਂ। ਸਾਡੀ ਸੰਸਥਾ ਕੋਲੋਂ, ਸਾਡੇ ਸੇਵਾਦਾਰਾਂ ਕੋਲੋਂ, ਮੁਲਾਜ਼ਮਾਂ ਕੋਲੋਂ, ਲੇਕਿਨ ਉਹ ਸੱਚੇ ਪਾਤਸ਼ਾਹ ਸਮਰੱਥ ਹੈ। ਉਹ ਕਿਰਪਾ ਕਰੇ ਕਿ ਕਮੀਆਂ ਦੂਰ ਕਰਕੇ ਸਾਨੂੰ ਸਮੱਤ ਬਖਸ਼ੇ, ਤਾਕਤ ਬਖਸ਼ੇ ਕਿ ਆਉਣ ਵਾਲੀ ਸੰਗਤ ਦੀ ਅਸੀਂ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਸੇਵਾ ਕਰ ਸਕੀਏ। ਤੇ ਹੋਈਆਂ ਭੁੱਲਾਂ ਦੀ ਮੈਂ ਸੰਗਤ ਕੋਲੋਂ ਮਾਫੀ ਮੰਗਦੀ ਹਾਂ ਕਿ ਸਾਡੀਆਂ ਭੁੱਲਾਂ ਨਾ ਚਿਤਾਰੋ, ਸਾਨੂੰ ਅਸ਼ੀਰਵਾਦਾਂ ਦਿਓ, ਅਸੀਸਾਂ ਦਿਓ, ਸਾਨੂੰ ਸੇਧ ਦਿਓ, ਸਾਨੂੰ ਸੁਝਾਅ ਦਿਓ ਕਿ ਕਿਹੜੇ ਕੰਮ ਅਸੀਂ ਕਰ ਸਕੀਏ ਤਾਂ ਜੋ ਕੌਮ ਦੀ ਹੋਰ ਵੀ ਸਿਰ ਉੱਚਾ ਹੋ ਸਕੇ। ਜਿਹੜਾ ਵਾਈਟ ਪੇਪਰ ਛਪਿਆ ਉਹ 4 ਦਿਨ ਪਹਿਲਾਂ ਹੀ ਮੈਂ ਲਾਇਬ੍ਰੇਰੀ 'ਚ ਮੰਗਾਇਆ ਔਰ ਮੈਂ ਵੀ ਨਹੀਂ ਸੀ ਪੜ੍ਹਿਆ। ਮੈਂ ਸੱਚੀ ਗੱਲ ਕਿਹੜੀ ਕਰਦੀ ਹਾਂ, ਮੈਂ ਹਮੇਸ਼ਾ ਮੇਰੀ ਆਦਤ ਹੈ ਕਿ ਜਿਹੜੀ ਗੱਲ ਮੈਂ ਨਾ ਜਾਣਦੀ ਹਾਂ ਮੈਂ ਮੰਨ ਜਾਂਦੀ ਹਾਂ। ਉਹ ਵੀ ਮੈਂ ਪੜ੍ਹਨਾ ਸ਼ੁਰੂ ਕੀਤਾ ਹੋਇਆ ਔਰ ਮੈਂ ਨਾਲ ਹੀ ਧਰਮ ਪ੍ਰਚਾਰ ਦੇ ਸਕੱਤਰ ਨੂੰ ਸਿਮਰਜੀਤ ਸਿੰਘ ਜੀ ਨੂੰ ਕਹਿ ਦਿੱਤਾ ਹੋਇਆ, ਸਰਦਾਰ ਸਿਮਰਜੀਤ ਸਿੰਘ ਨੂੰ, ਇਹਦੀਆਂ ਕਾਪੀਆਂ ਰਿਪੀਟ ਕਰੋ, ਦੁਬਾਰਾ ਰੀਪ੍ਰਿੰਟ ਕਰੋ ਤਾਂ ਜੋ ਕੌਮ ਦੇ ਕੋਲ ਜਾਣ, ਸਾਡੇ ਵਿਦਵਾਨਾਂ ਕੋਲ ਜਾਣ, ਉਹ ਵਿਦਵਾਨ ਜਿਹੜੇ ਆ ਉੱਥੋਂ ਸਾਰਾ ਕੁਝ ਜਾਣੂ ਹੋ ਸਕਣ। ਕੋਈ ਗੱਲ ਨਹੀਂ ਜੀ, ਸੁਣਿਆ ਕੋਈ ਸੰਗਤ ਸਾਰੀ ਨੇ ਸੁਣਿਆ। ਜੋਸ਼ ਹੈ, ਇਹ ਕੌਮ ਜਿਉਂਦੀ ਜੋਸ਼ ਵਿੱਚ ਹੈ। ਜੇ ਕੌਮ 'ਚ ਜੋਸ਼ ਖਤਮ ਹੋ ਗਿਆ ਫਿਰ ਤਾਂ ਕੌਮ ਹੀ ਖਤਮ ਹੋ ਗਈ। ਜੇ ਜੋਸ਼ ਹੀ ਨਾ ਹੋਇਆ ਤੇ ਫਿਰ ਸਿੱਖ ਕੌਮ ਨੂੰ ਜਜ਼ਬਾਤੀ ਤੇ ਸਿੱਖ ਕੌਮ ਦੀ ਐਡੀ ਵੱਡੀ ਤਾਕਤ ਜਿਹੜੀ ਹੈ ਕੌਣ ਜਾਣੇਗਾ। ਉਹਨਾਂ ਦੇ ਅੰਦਰ ਜੋਸ਼ ਹੈ ਕਿਉਂਕਿ ਜਿੱਦਾਂ ਸਿੰਘ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਸਾਰੇ ਸਾਲ ਦੀ ਪੀੜਾ ਦਾ ਜਜ਼ਬਾਤ ਜਿਹੜਾ ਆਪਣੇ ਜਜ਼ਬਾਤਾਂ ਦੇ ਨਾਲ ਇਹ ਨਾਰਾ ਲਾ ਕੇ ਕੱਢਦੇ ਹੋ ਤਾਂ ਜੋ ਅਸੀਂ ਆਜ਼ਾਦ ਹੈ। ਸੋ ਇਸ ਕਰਕੇ ਕੋਈ ਸਾਨੂੰ ਗੁੱਸਾ ਨਹੀਂ ਕਿਉਂਕਿ ਉਹ ਬੱਚੇ ਨੌਜਵਾਨ ਉਹ ਆਉਂਦੇ ਆ ਜਦੋਂ ਉਹ ਆਪਣੀ ਪੀੜਾ ਕਿੱਦਾਂ ਜ਼ਾਹਿਰ ਕਰਨ। ਅਸੀਂ ਤੇ ਬੋਲ ਕੇ ਕਰ ਲੈਂਦੇ ਹਾਂ, ਅਸੀਂ ਪ੍ਰੈਸਰਾਈ ਕਰ ਲੈਂਦੇ ਹਾਂ, ਅਸੀਂ ਲੈਕਚਰ ਦੇ ਕੇ ਕਰ ਲੈਂਦੇ ਹਾਂ, ਅਸੀਂ ਉੱਥੇ ਸਾਰੇ ਸੰਦੇਸ਼ ਦੇ ਕੇ ਕਰ ਲੈਂਦੇ ਹਾਂ। ਲੇਕਿਨ ਜਿਹੜਾ ਨੌਜਵਾਨ ਜਾਂ ਕੌਮ ਜਿਹੜੀ ਆਈ ਹੈ ਉਹ ਆਪਣੇ ਜਜ਼ਬਾਤ ਨੂੰ ਇਹ ਜਕਾਰਿਆਂ ਰਾਹੀਂ, ਇਹ ਨਾਰਿਆਂ ਰਾਹੀਂ ਸੰਗਤਾਂ ਦੇ ਸਾਹਮਣੇ ਰੱਖ ਕੇ ਦੱਸਦੀ ਹੈ ਕਿ ਅਸੀਂ ਜੋਸ਼ ਵਿੱਚ ਹੈ, ਅਸੀਂ ਮਰੇ ਨਹੀਂ, ਅਸੀਂ ਜਿਉਂਦੇ ਹਾਂ, ਅਸੀਂ ਹਰ ਦੁਸ਼ਮਣ ਨਾਲ ਮੁਕਾਬਲਾ ਕਰਨ ਵਾਸਤੇ ਤਿਆਰ ਬਰ ਤਿਆਰ ਹੈ। ਦੇਖੋ ਮੈਂ ਨਹੀਂ ਕਹਿੰਦੀ ਕਿ ਗੁਰਬਾਣੀ ਨੇ ਸੁਣ, ਅਸੀਂ ਉੱਥੋਂ ਦੀ ਮਰਿਆਦਾ ਦਾ ਥੋੜ੍ਹਾ ਕਾਰਨ ਹੋਣ ਦੇਣਾ। ਗੁਰਬਾਣੀ ਤੇ ਸੁਣਾਉਣੀ ਹੈ। ਜੇ ਕੋਈ ਦੇਖੋ ਗਲਤੀ ਵੀ ਕਰਦਾ ਕਿ ਗੁਰਮਤ ਦੇ ਖਿਲਾਫ ਚੱਲਦਾ, ਅਸੀਂ ਉਹਨੂੰ ਨਾ ਅਸੀਂ ਕੁੱਟ ਸਕਦੇ ਹਾਂ, ਨਾ ਅਸੀਂ ਕੁਛ ਕਹਿ ਸਕਦੇ ਹਾਂ। ਬੱਚੇ ਨੇ, ਉਹ ਸਾਡੇ ਨੌਜਵਾਨ ਨੇ, ਸਾਡੇ ਜਜ਼ਬਾਤੀ ਸਿੰਘ ਨੇ, ਉਹ ਸਾਡੇ ਆਪਣੇ ਨੇ, ਕੋਈ ਦੁਸ਼ਮਣ ਨਹੀਂ ਹੈ। ਉਹ ਆਪਣਾ ਸਿਰਫ ਜ਼ਾਹਿਰ ਕਰਦੇ ਹੈ ਕਿ ਉਹ ਅਸੀਂ ਉੱਚੀ ਆਵਾਜ਼ ਨਹੀਂ ਹੁੰਦੀ, ਉਹ ਜਿਹੜਾ ਸੰਦੇਸ਼ ਹੈ ਉਹ ਸੰਗਤ ਤੱਕ ਪਹੁੰਚਾਉਣਾ ਹੁੰਦਾ। ਸੰਗਤ ਸੁਣਦੀ ਹੈ, ਸਾਰੇ ਨਹੀਂ ਨਾਰੇ ਲਾ ਰਹੇ ਹੁੰਦੇ, ਕੋਈ ਥੋੜ੍ਹੇ ਬਹੁਤੇ ਸਿੰਘ ਹੁੰਦੇ ਆ ਜਿਹੜੇ ਆਪਣਾ ਜਜ਼ਬਾਤ ਜ਼ਾਹਿਰ ਕਰਦੇ ਆ। ਬਾਕੀ ਆਵਾਜ਼ ਜਿਹੜੀ ਹੈ ਉਹ ਉੱਚੀ ਕਰਕੇ ਤਾਂ ਸੰਗਤ ਨੂੰ ਸੁਣਾਈਦਾ ਕਿ ਸਾਰੇ ਸੰਦੇਸ਼ ਨੂੰ ਸੁਣ ਸਕਣ, ਬਾਣੀ ਸੁਣ ਸਕਣ। ਅਸੀਂ ਤੇ ਕਿਸੇ ਨਾ ਅਸੀਂ ਪੁਲਿਸ ਬੁਲਾਈ ਹੈ ਜੀ, ਨਾ ਅਸੀਂ ਪੁਲਿਸ ਨੂੰ ਵੜਨ ਦਿੱਤਾ, ਨਾ ਅਸੀਂ ਕਿਹਾ। ਅੰਦਰ ਮੈਨੂੰ ਲੱਗਦਾ ਕਿ ਕੋਈ ਪੁਲਿਸ ਦਾ ਕਰਮਚਾਰੀ ਮੈਂ ਤੇ ਨਾ ਕਿਸੇ ਨੂੰ ਕਿਹਾ ਹੀ ਸੀ ਔਰ ਇੱਕ ਨੂੰ ਵੀ ਅਸੀਂ ਰੋਕਿਆ ਨਹੀਂ। ਸਾਨੂੰ ਆ ਕੇ ਕਿਹਾ ਕਿ ਮਾਨ ਸਾਹਿਬ ਆਏ ਆ, ਉਹ ਕਹਿੰਦੇ ਬੈਠਣਾ ਸੀ, ਉੱਥੇ ਬਿਠਾਏ ਸਤਿਕਾਰ ਦੇ ਨਾਲ ਬੈਠੇ ਆ, ਬਹੁਤ ਸਤਿਕਾਰ ਨਾਲ ਬੈਠੇ ਔਰ ਮੈਂ ਉਹ ਧੰਨਵਾਦ ਕਰਦੀ ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ। ਉਹਨਾਂ ਦੇ ਬੇਟੇ ਬੈਠੇ। ਫਿਰ ਜਦੋਂ ਉਹਨਾਂ ਨੇ ਕਿਹਾ ਕਿ ਉਹ ਆਣੇ ਹੈ, ਮੰਡ ਸਾਹਿਬ ਆਣੇ ਹੈ, ਦੂਜੇ ਆਣੇ ਹੈ, ਉਹ ਕਹਿੰਦੇ ਸੀ ਮੱਥਾ ਟੇਕ ਕੇ ਜਾਣਾ। ਮੈਨੂੰ ਕਿਹਾ ਵੀ ਟੇਕ ਕੇ ਜਾਣ, ਕੋਈ ਸਾਨੂੰ ਅਸੀਂ ਕਿਸੇ ਨੂੰ ਮਨਾਹੀ ਨਹੀਂ ਕੀਤੀ ਔਰ ਉੱਥੇ ਆਪ ਉਹ ਮੱਥਾ ਟੇਕ ਕੇ ਫਿਰ ਥੱਲੇ ਚਲੇ ਗਏ। ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਸਾਰਾ ਕੁਝ ਅੱਜ ਗੁਰਮਤਿ ਅਨੁਸਾਰ ਅੰਦਰ ਰੱਖਣਾ ਬਹੁਤ ਜ਼ਰੂਰੀ ਹੈ। ਅੰਦਰ ਜਿਹੜਾ ਉਹ ਗੁਰੂ ਦੀ ਹਜ਼ੂਰੀ ਵਿੱਚ ਕੋਈ ਰੌਲਾ ਨਹੀਂ ਪੈਣਾ ਚਾਹੀਦਾ, ਕਿਸੇ ਬੇਹੁਰਮਤੀ ਨਹੀਂ ਹੋਣੀ ਚਾਹੀਦੀ, ਕਿਤੇ ਗੁਰਮਤਿ ਦਾ ਘਾਣ ਨਹੀਂ ਹੋਣਾ ਚਾਹੀਦਾ। ਗੁਰੂ ਦੀ ਹਜ਼ੂਰੀ ਵਿੱਚ ਕਿਸੇ ਕਿਸਮ ਦੀ ਕੋਈ ਉਹ ਕੁਤਾਹੀ ਨਹੀਂ ਹੋਣੀ ਚਾਹੀਦੀ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਨੂੰ ਠੇਸ ਪਹੁੰਚਾਵੇ। ਦੇਖੋ ਜੀ, ਮੈਂ ਇਹ ਗੱਲ ਕਿਉਂ ਕਵਾਂ, ਮੈਂ ਤੁਸੀਂ ਕਿਹਾ ਨਾਰੇ ਲਾਏ, ਅਸੀਂ ਕਿਹਾ ਜੀ ਉਹਨਾਂ ਜੋਸ਼ ਜ਼ਾਹਿਰ ਕੀਤਾ, ਜਾਇਜ਼ ਨਜਾਇਜ਼ ਉਹ ਪਰਮੇਸ਼ਰ ਜਾਣਦਾ। ਚੰਗੀ ਗੱਲ, ਠੀਕ ਹੈ ਜੀ, ਉਹਨਾਂ ਨੇ ਆਪਣੇ ਜਿਹੜੇ ਖਿਆਲ ਰੱਖੇ ਆ, ਚੰਗੀ ਗੱਲ ਹੈ। ਉਹਨਾਂ ਦਾ ਹਰ ਸਿੱਖ ਦੇ ਜਜ਼ਬਾਤ ਜਿਹੜੇ ਉਹ ਜ਼ਾਹਿਰ ਕਰ ਸਕਦਾ, ਹਰ ਕੋਈ ਆਜ਼ਾਦ ਹੈ ਜੀ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ, ਸੁਰਖਾਬ ਟੀਵੀ।